ਜੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗੱਲ ਕਰੀਏ ਤੇ ਉਹ ਗੁਰੂ ਘਰਾਂ ਦੇ ਵਿੱਚ ਜਿਹੜੇ ਬੈਂਚ ਲੱਗੇ ਹੋਏ ਨੇ, ਜਿੱਥੇ ਬਜ਼ੁਰਗ ਬੈਠਦੇ ਨੇ, ਜਿਨ੍ਹਾਂ ਦੇ ਗੋਡੇ ਗਿੱਟੇ ਦੁਖਦੇ ਨੇ, ਉਹ ਬੈਂਚਾਂ ਨੂੰ ਚੁਕਵਾ ਕੇ ਬਾਹਰ ਸੁੱਟਵਾ ਰਹੇ ਨੇ, ਈਵਨ ਕਿ ਅੱਗ ਹੀ ਲਗਵਾ ਰਹੇ ਨੇ। ਜੇ ਦਾਦੂਵਾਲ ਸਾਹਿਬ ਦੀ ਗੱਲ ਕਰੀਏ ਤੇ ਉਹ ਕਹਿੰਦੇ ਨੇ ਦਾਨ ਪੁੰਨ ਕਰ ਦਿਓ, ਇੱਦਾਂ ਤੋੜ ਭੰਨ ਨਾ ਕਰੋ, ਗੁਰੂ ਘਰ ਦਾ ਨਿਰਾਦਰ ਹੁੰਦਾ। ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਕਰੀਏ ਤੇ ਉਹ ਕਹਿੰਦੇ ਨੇ ਕਿ ਸ਼ਰੀਕ ਗੁਰੂ ਦਾ ਉਹ ਹੁੰਦਾ ਹੈ ਜਿਹੜਾ ਬੇਅਦਬੀ ਕਰਦਾ ਹੈ। ਬਜ਼ੁਰਗਾਂ ਦੇ ਕੋਈ ਕਸੂਰ ਨਹੀਂ, ਬਜ਼ੁਰਗਾਂ ਵਿਚਾਰਿਆਂ ਨੇ ਤੇ ਬੈਂਚ ਤੇ ਬਹਿਣਾ ਕਿਉਂਕਿ ਉਹਨਾਂ ਦੇ ਗੋਡੇ ਦੁਖਦੇ ਨੇ, ਉਹਨਾਂ ਦਾ ਨਿਰਾਦਰ ਨਾ ਕੀਤਾ ਜਾਵੇ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਕੀ ਭਾਈ ਅੰਮ੍ਰਿਤਪਾਲ ਸਿੰਘ ਜੋ ਵੀ ਕਰ ਰਹੇ ਨੇ ਉਹ ਸਹੀ ਕਰ ਰਹੇ ਨੇ? ਸਵਲੀਨ, ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਅੰਮ੍ਰਿਤਪਾਲ ਸਿੰਘ ਠੀਕ ਕਰ ਰਹੇ ਨੇ ਕਿ ਗਲਤ ਕਰ ਰਹੇ ਨੇ। ਹੂੰ। ਇਸ ਬਾਰੇ ਤਰਕ ਬਿਤਰਕ ਜੇ ਅਸੀਂ ਗੱਲਬਾਤ ਕਰਨ ਲੱਗ ਪਈਏ, ਮੈਂ ਇੱਕ ਉਦਾਹਰਨ ਦੇ ਤੌਰ ਤੇ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਇੱਥੇ ਬੈਠੇ ਬੈਠੇ ਸਵਲੀਨ ਕੌਰ ਤੇ ਕੁਲਦੀਪ ਸਿੰਘ ਦੀ ਆਪਸ ਵਿੱਚ ਇਸ ਮੁੱਦੇ ਤੇ ਗੱਲ ਹੋਣ ਲੱਗ ਜਾਵੇ ਹੂੰ। ਤੇ ਜ਼ਾਹਿਰਾ ਤੌਰ ਤੇ 5 ਮਿੰਟ ਬਾਅਦ ਸਾਡੀ ਉਹ ਜਿਹੜੀ ਇੱਕ ਗੱਲਬਾਤ ਹੋਣੀ ਆ ਬਹਿਸ ਦੇ ਰੂਪ ਵਿੱਚ ਬਦਲ ਜਾਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ। ਇਸ ਮੁੱਦੇ ਤੇ ਹਰ ਸਿੱਖ ਦੇ ਆਪੋ ਆਪਣੇ ਵਿਚਾਰ ਹੋਣਗੇ। ਜੇ ਅਸੀਂ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ, ਜਿਸ ਦਿਨ ਕਪੂਰਥਲਾ ਜ਼ਿਲ੍ਹੇ ਦੇ ਬਿਹਾਰੀਪੁਰ ਪਿੰਡ ਦੇ ਵਿੱਚ ਉੱਥੇ ਪਹੁੰਚ ਕੇ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਸਮਰਥਕਾਂ ਨੇ ਗੱਲ ਕੀਤੀ ਕਿ ਗੁਰੂ ਦੇ ਬਰਾਬਰ ਤਖਤ ਲਾਉਣਾ ਇਹ ਜਾਇਜ਼ ਨਹੀਂ ਤੇ ਅਸੀਂ ਇਸ ਨੂੰ ਮੰਨ ਨਹੀਂ ਸਕਦੇ। ਜਿੰਨੇ ਬੈਂਚ ਰੱਖੇ ਹੋਏ ਨੇ ਲੱਕੜ ਦੇ, ਇਹਨਾਂ ਨੂੰ ਬਾਹਰ ਸੁੱਟ ਕੇ ਅੱਗ ਲਾ ਦਿਓ, ਭੰਨ ਤੋੜ ਦਿਓ, ਤੇ ਜਿੰਨੇ ਲੋਹੇ ਦੇ ਨੇ ਭਾਵੇਂ ਲੋਹਾ ਪਿਘਲਾ ਦਿਓ। ਉੱਥੇ ਮੌਜੂਦ ਲੋਕਾਂ ਨੇ ਪੁੱਛਿਆ ਕਿ ਇਹ ਕਿਸੇ ਗਰੀਬ ਨੂੰ ਕਿਉਂ ਨਹੀਂ ਦੇ ਦਿੰਦੇ, ਕਿਸੇ ਦੇ ਕੰਮ ਆ ਜਾਣ। ਉਹ ਕਹਿੰਦੇ ਇਹ ਪਾਪ ਕਰਦੀਆਂ ਹੋਈਆਂ ਚੀਜ਼ਾਂ ਨੇ, ਇਹ ਪਾਪ ਵਾਲੀਆਂ ਗੱਲਾਂ ਨੇ, ਤੇ ਕਿਸੇ ਦੇ ਜਾਣਗੀਆਂ ਗਰੀਬੀ ਨੇ ਤੇ ਅੱਗੇ ਉਹਨਾਂ ਨੂੰ ਮਾਰਿਆ ਤੇ ਹੋਰ ਨੁਕਸਾਨ ਹੋਵੇਗਾ। ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਤਰਕ ਸੀ। ਉਹਨਾਂ ਦੇ ਸਾਥੀਆਂ ਨੇ ਉਹ ਬੈਂਚ ਬਾਹਰ ਕੱਢੇ, ਲੱਕੜ ਦੇ ਭੰਨ ਤੋੜ ਕੇ ਉਹਨਾਂ ਨੂੰ ਅੱਗ ਲਾ ਦਿੱਤੀ। ਕਪੂਰਥਲੇ ਤੋਂ ਜਲੰਧਰ ਸ਼ਹਿਰ ਦੇ ਵਿੱਚ ਆ ਗਿਆ, ਬਿਲਕੁਲ ਜਲੰਧਰ ਸ਼ਹਿਰ ਦਾ ਦਿਲ ਹੈ ਜਿਹੜਾ ਮਾਡਲ ਟਾਊਨ ਹੈ। ਮਾਡਲ ਟਾਊਨ ਦੇ ਵਿੱਚ ਪੁਰਾਣਾ ਗੁਰੂ ਘਰ ਹੈ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ। ਉਸ ਗੁਰੂ ਘਰ ਦੇ ਵਿੱਚ ਪਹੁੰਚ ਕੇ ਜਦੋਂ ਸ਼ਾਮ ਦੇ ਉੱਥੇ ਦੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 8:55 ਦਾ ਸਮਾਂ ਹੋਇਆ ਸੀ ਸ਼ਾਮ ਦਾ ਤੇ ਰਾਤ ਦਾ, ਬਲਕਿ ਉਸ ਰਾਤ ਦੇ ਸਮੇਂ ਪਹੁੰਚ ਕੇ ਜੋ ਕਥਾ ਵਿਚਾਰ ਚੱਲ ਰਹੇ ਸੀ ਤੇ ਉੱਥੋਂ ਜਦੋਂ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਮਰਥਕ ਪਹੁੰਚੇ ਨੇ, ਉਹਨਾਂ ਨੇ ਪਹੁੰਚ ਕੇ ਕਥਾ ਜਿਹੜੀ ਸੀ, ਕਥਾ ਦੇ ਮੌਕੇ ਤੇ ਉੱਥੇ ਪਹੁੰਚ ਕੇ ਜੋ ਕਥਾਵਾਚਕ ਨੇ 10 ਮਿੰਟ ਪਹਿਲਾਂ ਹੀ ਕਥਾ ਜਿਹੜੀ ਸੀ ਸਮਾਪਤ ਕਰ ਦਿੱਤੀ। ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਮਾਈਕ ਫੜ ਲਿਆ ਤੇ ਹੋਰ ਉਹਨਾਂ ਦੇ ਸਾਥੀ ਉੱਥੇ ਪਹੁੰਚ ਕੇ, ਇਹ ਪ੍ਰਬੰਧਕ ਕਮੇਟੀ ਦਾ ਕਹਿਣਾ, ਮੈਂ ਉਹ ਵਰਸ਼ਨ ਆਪ ਜੀ ਨੂੰ ਸੁਣਾ ਰਿਹਾ। ਉੱਥੇ ਉਹਨਾਂ ਨੇ ਪਹੁੰਚ ਕੇ ਸਟੇਜ ਤੋਂ ਗੱਲਾਂ ਕੀਤੀਆਂ ਤੇ ਬੈਂਚ ਤੇ ਸੋਫੇ ਜਿਹੜੇ ਸੀ, ਸੋਫੇ ਲੱਗੇ ਹੋਏ ਸੀ, ਇਹ ਵੀ ਗੱਲ ਖਾਸ ਹੈ, ਸੋਫਾ ਨੁਮਾ ਕੁਰਸੀ ਲੱਗੀ ਹੋਈ ਸੀ, ਜੋ ਥੋੜਾ ਜਿਹਾ ਦੱਸਿਆ ਜਾਂਦਾ ਹੈ ਕਿ ਮੌਕੇ ਤੇ ਮੌਜੂਦ ਸਾਡੇ ਪੱਤਰਕਾਰ ਵੀ ਉੱਥੇ ਪਹੁੰਚੇ ਨੇ। ਉਹਨਾਂ ਨੇ ਦੱਸਿਆ ਕਿ ਨੀਵਾਂ ਜਗ੍ਹਾ ਜਿਹੜੀ ਸੀ ਬਣਾਈ ਗਈ ਸੀ, ਉਸੇ ਫਲੋਰ ਦੇ ਬਰਾਬਰ ਨਹੀਂ ਸੀ ਜਿੱਥੇ ਕਿ ਆਮ ਸੰਗਤ ਬੈਠਦੀ, ਉਸ ਨਾਲੋਂ ਥੋੜਾ ਜਿਹਾ ਨੀਵਾਂ ਰੱਖ ਕੇ ਉੱਥੇ ਜਿਹੜੇ ਸੀ ਇਹ ਕੁਰਸੀਆਂ ਤੇ ਸੋਫੇ ਜਿਹੜੇ ਸੀ, ਜਾਂ ਸੋਫੇ ਜਾਂ ਸੋਫਾਨੁਮਾ ਕੁਰਸੀਆਂ ਜਾਂ ਬੈਂਚ ਲੱਗੇ ਹੋਏ ਸੀ। ਕਿਉਂਕਿ ਇਹ ਗੁਰੂ ਘਰ ਸ਼ਹਿਰ ਦੇ ਬਿਲਕੁਲ ਵਿੱਚੋਂ ਵਿੱਚ ਹੈ ਔਰ ਬਿਲਕੁਲ ਜਿਵੇਂ ਕਹਿੰਦੇ ਨੇ ਕਿ ਕੇਂਦਰ ਦੇ ਵਿੱਚ ਹੈ, ਤੇ ਜ਼ਾਹਿਰਾ ਤੌਰ ਤੇ ਲੋਕਲ ਸੰਗਤ ਉੱਥੇ ਦੀ ਕਾਫੀ ਮੌਜੂਦ ਹੁੰਦੀ ਹੈ ਤੇ ਕਾਫੀ ਮਾਨਤਾ ਇਸ ਗੁਰੂ ਘਰ ਦੀ। ਈਵਨ 1984 ਤੋਂ ਪਹਿਲਾਂ ਮੈਂ ਯਾਦ ਕਰਾ ਦੇਵਾਂ, ਜਦੋਂ ਇਸ ਗੁਰੂ ਘਰ ਦੇ ਵਿੱਚ ਹਰ ਸਾਲ ਇੱਕ ਵੱਡਾ ਕੀਰਤਨ ਦਰਬਾਰ ਜਿਹੜਾ ਆਯੋਜਿਤ ਕੀਤਾ ਜਾਂਦਾ ਸੀ ਤੇ ਉਸ ਦਾ ਸਿੱਧਾ ਪ੍ਰਸਾਰਣ ਜਿਹੜਾ ਆਲ ਇੰਡੀਆ ਰੇਡੀਓ ਤੋਂ ਕੀਤਾ ਜਾਂਦਾ ਹੁੰਦਾ ਸੀ, ਬਾਅਦ ਵਿੱਚ ਕਈ ਕਾਰਨਾਂ ਕਰਕੇ ਬੰਦ ਹੋ ਗਿਆ। ਹੁਣ ਉਹ ਦਿਨ ਤੇ ਗੁਰੂ ਘਰ ਦੀ ਮਾਨਤਾ ਹੈ, ਉੱਥੇ ਲਾਇਬ੍ਰੇਰੀ ਵੀ ਹੈ, ਬੜਾ ਖੂਬਸੂਰਤ ਪ੍ਰਬੰਧ ਵੀ ਹੈ। ਪ੍ਰਬੰਧ ਨੂੰ ਲੈ ਕੇ ਕਈ ਗੱਲਾਂ ਹੋ ਸਕਦੀਆਂ ਨੇ, ਪਰ ਇਸ ਤਰੀਕੇ ਨਾਲ ਜਿਹੜਾ ਕੰਮ ਹੋਇਆ ਉਸ ਨਾਲ ਸਿੱਖ ਕੌਮ ਦੇ ਵਿੱਚ ਇੱਕ ਕਿਸਮ ਦੀਆਂ ਵਿਚਾਰਧਾਰਕ ਵੰਡੀਆਂ ਪੈ ਗਈਆਂ ਨੇ, ਵਿਚਾਰਧਾਰਕ ਵੰਡੀਆਂ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਦੋ ਉਦਾਹਰਨਾਂ ਤੁਸੀਂ ਆਪ ਆਪਣੇ ਕੋਲੋਂ ਦੇ ਦਿੱਤੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਬਲਜੀਤ ਸਿੰਘ ਦਾਦੂਵਾਲ ਹੋਣਾ ਦੀ। ਬਲਜੀਤ ਸਿੰਘ ਦਾਦੂਵਾਲ ਜਿਨ੍ਹਾਂ ਨੇ ਹਰਿਆਣੇ ਦੀ ਕਮੇਟੀ ਤੋਂ ਅਸਤੀਫਾ ਵੀ ਦੇ ਦਿੱਤਾ ਹੈ, ਮਨੋਹਰ ਲਾਲ ਖੱਟਰ ਨੂੰ ਅਸਤੀਫਾ ਸੌਂਪਿਆ ਉਹਨਾਂ ਨੇ, ਤੇ ਮਨੋਹਰ ਲਾਲ ਖੱਟਰ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਉਨੇ ਦਿਨ ਬੜੇ ਰਹੋ ਜਿੰਨੇ ਦੇਰ ਤੱਕ ਨਵੇਂ ਪ੍ਰਧਾਨ ਨਹੀਂ ਚੁਣੇ ਜਾਂਦੇ। ਜ਼ਾਹਿਰਾ ਤੌਰ ਤੇ ਮੈਨੂੰ ਲੱਗਦਾ ਹੈ ਕਿ ਨਵੀਂ ਕਾਰਜਕਾਰਨੀ ਦੀ ਚੋਣ ਹੋਣੀ ਤੇ ਬਲਜੀਤ ਸਿੰਘ ਦਾਦੂਵਾਲ ਹੀ ਪ੍ਰਧਾਨ ਚੁਣੇ ਜਾਣਗੇ। ਸੋ ਉਹਨਾਂ ਨੇ ਇਹ ਕਿਹਾ, ਬਲਜੀਤ ਸਿੰਘ ਦਾਦੂਵਾਲ ਹੋਣਾ ਨੇ, ਕਿ ਸੋਫੇ ਤੇ ਕੁਰਸੀਆਂ ਲਾਉਣੀਆਂ ਜਾਇਜ਼ ਨਹੀਂ, ਇਹਨਾਂ ਨੂੰ ਬਾਹਰ ਕੱਢ ਦਿਓ, ਕਢਵਾ ਦਿਓ, ਜਿਸ ਤਰ੍ਹਾਂ ਵੀ ਠੀਕ ਸਮਝਦੇ ਹੋ ਕਰ ਦਿਓ, ਪਰ ਇਸ ਤਰ੍ਹਾਂ ਭੰਨੋ ਤੋੜੋ ਨਾ, ਅੱਗ ਨਾ ਲਾਓ, ਕਿਸੇ ਨੂੰ ਦੇ ਦਿਓ, ਕਿਸੇ ਦੇ ਕੰਮ ਆਉਣ ਦਿਓ। ਹੁਣ ਇੱਕ ਤੇ ਇਹ ਤਰਕ ਹੈ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜਿਹੜੀ ਗੱਲ ਕੀਤੀ ਹੈ ਤੁਸੀਂ ਉਹ ਬਿਆਨ ਕਰ ਦਿੱਤੀ ਹੈ। ਉਹ ਕਹਿੰਦੇ ਨੇ ਕਿ ਜਿਨ੍ਹਾਂ ਦੇ ਗੋਡੇ ਦੁਖਦੇ ਨੇ, ਜਿਨ੍ਹਾਂ ਨੂੰ ਪਿੱਠ ਦੀ ਸਮੱਸਿਆ ਹੈ, ਜਿਹੜੇ ਬਜ਼ੁਰਗ ਨੇ, ਅੰਗਹੀਣ ਨੇ, ਉਹਨਾਂ ਨੇ ਕੀ ਬੇਅਦਬੀ ਕਰਨੀ, ਉਹ ਤਾਂ ਗੁਰੂ ਘਰ ਸਮਰਪਣ ਦੀ ਭਾਵਨਾ ਨਾਲ ਜਾਂਦੇ ਨੇ ਤੇ ਜੋ ਉਹਨਾਂ ਨੂੰ ਫਿਰ ਬੈਠਣ ਨੂੰ ਚਾਹੀਦਾ ਉਸ ਹਿਸਾਬ ਨਾਲ ਬੈਠ ਜਾਂਦੇ ਨੇ। ਤੇ ਬੇਅਦਬੀ ਤਾਂ ਉਹ ਕਹਿੰਦੇ ਉਹ ਗੱਲ ਕਰਦੇ ਨੇ ਲੋਕ ਜਿਹੜੇ ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਗੁਰੂ ਸਾਹਿਬ ਦੇ ਹੁਕਮ ਨੂੰ ਜਿਹੜਾ ਨਹੀਂ ਮੰਨਦੇ, ਗੁਰਬਾਣੀ ਦੇ ਆਸ਼ੇ ਤੇ ਨਹੀਂ ਚੱਲਦੇ ਤੇ ਗੁਰਬਾਣੀ ਤੋਂ ਉਲਟ ਚੱਲਦੇ ਨੇ, ਜੀਵਨ ਆਪਣਾ ਬਸਰ ਕਰਦੇ ਨੇ। ਹੁਣ ਉਹਨਾਂ ਨੇ ਆਪਣੇ ਹਿਸਾਬ ਨਾਲ ਤਰਕ ਜਿਹੜਾ ਦੇ ਦਿੱਤਾ। ਹੁਣ ਦੋ ਤਰ੍ਹਾਂ ਦੇ ਤਰਕ ਜਿਹੜੇ ਨੇ ਇੱਥੇ ਆ ਰਹੇ ਨੇ, ਹੱਕ ਵਿੱਚ ਤੇ ਵਿਰੋਧ ਵਿੱਚ। ਕੁਝ ਲੋਕ ਜਿਹੜੇ ਨੇ ਦਮੀ ਆਵਾਜ਼ ਵਿੱਚ ਇਹ ਕਹਿੰਦੇ ਨੇ ਕਿ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਬਿਲਕੁਲ ਵੀ ਨਹੀਂ ਹੋਣਾ ਚਾਹੀਦਾ, ਤੇ ਅਸੀਂ ਪਿਛਾਂਹ ਖਿੱਚੂ ਸੋਚ
ਦੇ ਨਾਲ ਜੁੜਨ ਦੀ ਫਿਰ ਕੋਸ਼ਿਸ਼ ਕਰ ਰਹੇ ਆ ਤੇ ਇਸ ਨੂੰ ਇੱਥੋਂ ਤੱਕ ਕਿ ਵਾਇਲੈਂਸ ਦੇ ਨਾਲ ਜਿਹੜਾ ਹਿੰਸਾ ਦੇ ਨਾਲ ਜੋੜਿਆ ਜਾ ਰਿਹਾ ਕੁਝ ਲੋਕਾਂ ਵੱਲੋਂ। ਜੇ ਕੁਝ ਲੋਕ ਇਸ ਦੇ ਹੱਕ ਵਿੱਚ ਬੋਲ ਰਹੇ ਨੇ, ਉਹ ਕਹਿੰਦੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਬਿਲਕੁਲ ਠੀਕ ਕਰ ਰਹੇ ਨੇ, ਤੇ ਜੇ ਉਹ ਕੋਈ ਇਹੋ ਜਿਹਾ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਜੋ ਗੁਰੂ ਸਾਹਿਬ ਦੇ ਬਰਾਬਰੀ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਪਿਛਾਂਹ ਸੁੱਟਿਆ ਤੇ ਇਹ ਗੱਲ ਠੀਕ ਹੈ। ਤਰਕ ਦੇਣ ਦੀ ਜੇ ਅਸੀਂ ਗੱਲ ਕਰੀਏ ਤੇ ਮੈਂ ਜੋ ਆਮ ਲੋਕਾਂ ਦੀਆਂ ਗੱਲਾਂ ਬਾਤਾਂ ਸੁਣ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ 3-4 ਜਿਹੜੇ ਨੇ ਦਿਨ ਪਿਛਲੇ ਇਸੇ ਤਰ੍ਹਾਂ ਹੀ ਲੰਘੇ ਨੇ, ਉਹਦੇ ਵਿੱਚ ਇਹ ਗੱਲ ਵੀ ਕੀਤੀ ਜਾਏ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਦੋਂ ਅਸੀਂ ਜਾਂਦੇ ਹਾਂ, ਜੋ ਸਾਡਾ ਸਾਡੇ ਮੁੱਖ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਕੀਰਤਨ ਹੁੰਦਾ ਹੈ, ਉਸ ਇਮਾਰਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਥੱਲੇ ਹੈ, ਕੀਰਤਨ ਵੀ ਉੱਥੇ ਹੋ ਰਿਹਾ ਔਰ ਜਦ ਕਿ ਉਸ ਤੋਂ ਉੱਪਰ ਜਿਹੜੀ ਗੈਲਰੀਜ਼ ਬਣੀਆਂ ਹੋਈਆਂ ਨੇ, ਗੈਲਰੀਜ਼ ਦੇ ਵਿੱਚ ਸੰਗਤ ਬੈਠ ਕੇ ਉੱਚੇ ਥਾਂ ਤੇ ਕੀਰਤਨ ਵੀ ਸਰਵਣ ਕਰਦੀ ਹੈ ਤੇ ਹੋਰ ਗੁਰਬਾਣੀ ਪਾਠ ਵੀ ਜਿਹੜਾ ਸਰਵਣ ਕੀਤਾ ਜਾਂਦਾ ਉਸੇ ਇਮਾਰਤ ਦੇ ਵਿੱਚ ਉੱਚੀ ਥਾਂ ਤੇ ਸੰਗਤ ਬੈਠੀ ਹੁੰਦੀ ਹੈ। ਇਸੇ ਤਰ੍ਹਾਂ ਹੋਰ ਵੀ ਸਥਾਨਾਂ ਦੀ ਉਦਾਹਰਨ ਦਿੱਤੀ ਗਈ। ਕਈਆਂ ਦਾ ਇਹ ਕਹਿਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਜਿਹੜਾ ਕੰਪਲੈਕਸ ਹੈ ਉਹ ਅੰਮ੍ਰਿਤਸਰ ਸ਼ਹਿਰ ਦੇ ਨਾਲੋਂ ਕਾਫੀ ਜ਼ਿਆਦਾ ਨੀਵਾਂ ਤੇ ਬਹੁਤ ਸਾਰੀਆਂ ਪੌੜੀਆਂ ਜਿਹੜੀਆਂ ਉਤਰ ਕੇ ਥੱਲੇ ਜਾਣਾ ਪੈਂਦਾ ਹੈ। ਸੋ ਇਹ ਵੀ ਤਰਕ ਦਿੱਤਾ ਗਿਆ ਕਿ ਫਿਰ ਤੇ ਉਹ ਵੀ ਨੀਵਾਂ ਹੋਇਆ। ਪਹਿਲਾਂ ਇਹ ਵੀ ਗੱਲ ਚੱਲਦੀ ਰਹੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਸ-ਪਾਸ ਪ੍ਰਕਰਮਾਂ ਦੇ ਬਾਹਰ ਜੋ ਇਮਾਰਤ ਤੋਂ ਬਾਹਰ ਜੋ ਲੋਕਾਂ ਦੇ ਮਕਾਨ ਬਣੇ ਹੋਏ ਨੇ ਉਹ ਗੁਰੂ ਘਰ ਦੇ ਨਾਲੋਂ ਕਈਆਂ ਨੇ ਉੱਚੇ ਬਣਾ ਲਏ ਗਏ ਸੀ, ਫਿਰ ਕਈਆਂ ਨੇ ਸਮਝ ਕੇ ਉਹਨਾਂ ਨੂੰ ਨੀਵੇਂ ਕੀਤਾ। ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਗੁਰੂ ਘਰਾਂ ਦੀਆਂ ਇਮਾਰਤਾਂ ਦੇ ਲਾਗੇ ਉੱਚੀਆਂ ਕੋਠੀਆਂ ਪਾਉਣ ਤੋਂ ਕਈ ਵਾਰੀ ਜਿਹੜਾ ਗੁਰੇਜ਼ ਕੀਤਾ ਜਾਂਦਾ ਜਾਂ ਲੋਕ ਉਹਨਾਂ ਨੂੰ ਵੀ ਗਲਤ ਸਮਝਦੇ ਨੇ। ਹੁਣ ਇਹ ਉਚਾਈ ਨਿਵਾਣ ਦੀ ਗੱਲ ਜਿਹੜੀ ਹੈ, ਫਿਜ਼ੀਕਲ ਅਪੀਅਰੈਂਸ ਦੀ ਗੱਲ ਜਿਹੜੀ ਆ ਉੱਥੇ ਆ ਖਲੋਤੀ ਹੈ। ਇੱਕ ਤੇ ਇਹ ਡਿਬੇਟ ਜਿਹੜੀ ਚੱਲ ਰਹੀ ਹੈ ਇਸ ਦੇ ਹੱਕ ਵਿੱਚ, ਇਸ ਦੇ ਵਿਰੋਧ ਦੇ ਵਿੱਚ, ਤੇ ਕੁਛ 50-50 ਜਿਹੇ ਵਿਚਾਰ ਜਿਹੜੇ ਨੇ ਕਿ ਹਾਂ ਠੀਕ ਵੀ ਹੈ, ਇਸ ਤਰ੍ਹਾਂ ਨਹੀਂ ਵੀ ਹੋਣਾ ਚਾਹੀਦਾ, ਜੇ ਇਸ ਤਰ੍ਹਾਂ ਕਰ ਲਓ ਤੇ ਫਿਰ ਜ਼ਿਆਦਾ ਠੀਕ ਹੈ। ਉਹ ਇਹ ਹੈ ਜਿਵੇਂ ਕਿ ਦੱਸਿਆ ਗਿਆ ਕਿ ਕਈ ਗੁਰੂ ਘਰਾਂ ਦੇ ਵਿੱਚ ਜੇ ਸੰਗਤ ਨੂੰ ਕਿਸੇ ਨੂੰ ਥੱਲੇ ਬੈਠਣ ਦੀ ਸਮੱਸਿਆ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਬੈਠਣਾ ਹੈ ਤੇ ਫਿਰ ਤੁਸੀਂ ਬਾਹਰ ਜਿਹੜਾ ਬਰਾਂਡਾ ਬਣਿਆ ਹੋਇਆ ਜਾਂ ਕੋਈ ਹੋਰ ਜਗ੍ਹਾ ਹੈ ਉੱਥੇ ਇਸ ਤਰ੍ਹਾਂ ਦੇ ਸੋਫੇ ਜਾਂ ਬੈਂਚ ਜਿਹੜੇ ਹਨ ਉਹ ਲਾ ਦਿੱਤੇ ਜਾਣ ਤੇ ਵੱਡੀ ਸਕਰੀਨ ਲਾ ਕੇ ਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰੇ ਨੇ ਉਹ ਕਰਵਾਏ ਜਾਣ, ਨਾਲ ਕੀਰਤਨ ਕਥਾ ਦਾ ਪ੍ਰਵਾਹ ਜੋ ਚੱਲਦਾ ਹੈ ਉਹ ਸੰਗਤ ਨਾਲ ਸਿੱਧਾ ਉੱਥੇ ਪਹੁੰਚਾਇਆ ਜਾਵੇ ਤੇ ਸੰਗਤ ਉੱਥੇ ਬੈਠ ਕੇ ਸਰਵਣ ਕਰ ਰਵੇ। ਜਦ ਕਿ ਦੀਵਾਨ ਹਾਲ ਦੇ ਵਿੱਚ ਜਿਹੜਾ ਹੈ ਉਹ ਸੰਗਤ ਬਿਲਕੁਲ ਫਰਸ਼ ਤੇ ਚੌਂਕੜਾ ਮਾਰ ਕੇ ਬੈਠੇ ਜਾਂ ਜਿਸ ਤਰ੍ਹਾਂ ਵੀ ਬੈਠੇ ਤੇ ਉੱਥੇ ਗੁਰਬਾਣੀ ਕੀਰਤਨ ਕਥਾ ਜੋ ਵੀ ਪਾਠ ਸਰਵਣ ਕਰਨਾ ਉਹ ਕਰ ਲਵੇ। ਇੱਕ ਤੇ ਇਹ ਤਰਕ ਹੈ। ਹੁਣ ਜਿਹੜਾ ਆ ਗਿਆ ਫਰਨੀਚਰ ਦੀ ਗੱਲ ਆ ਗਈ ਕਿ ਫਰਨੀਚਰ ਭੰਨਣਾ, ਤੋੜਨਾ, ਅੱਗ ਲਾਉਣਾ ਜਾਇਜ਼ ਹੈ ਕਿ ਨਹੀਂ। ਜਲੰਧਰ ਮਾਡਲ ਟਾਊਨ ਗੁਰੂ ਘਰ ਦੇ ਵਿੱਚ ਪ੍ਰਬੰਧਕੀ ਕਮੇਟੀ ਜਿਹੜੀ ਹੈ ਉਹ ਇਸ ਵੇਲੇ ਚੁੱਪਚਾਪ ਹੈ। ਜ਼ਾਹਰਾ ਤੌਰ ਤੇ ਸ਼ਹਿਰ ਦੇ ਨਾਲ ਜੁੜੇ ਹੋਏ ਲੋਕਾਂ ਦਾ ਪ੍ਰਬੰਧ ਹੈ ਤੇ ਉੱਥੇ ਕਮੇਟੀ ਹੈ ਤੇ ਆਪਣਾ ਉਹਨਾਂ ਦਾ ਸਿਸਟਮ ਹੈ ਚਲਾਉਣ ਦਾ ਜੋ ਹੈ, ਪਰ ਉਹਨਾਂ ਨੇ ਇਸ ਮੌਕੇ ਤੇ ਇੱਕ ਕਿਸਮ ਦੀ ਚੁੱਪ ਧਾਰੀ ਹੋਈ ਹੈ, ਬਹੁਤ ਜ਼ਿਆਦਾ ਨਹੀਂ ਬੋਲ ਰਿਹਾ। ਉਹਨਾਂ ਨੇ ਮੈਂ ਸਮਝਦਾ ਕਿ ਜੋ ਵੀ ਘਟਨਾਕ੍ਰਮ ਹੈ ਉਸ ਤੋਂ ਬਾਅਦ ਜੋ ਅੱਗ ਲਾਈ ਗਈ ਹੈ, ਦੱਸਿਆ ਜਾਂਦਾ ਹੈ ਕਿ ਸ਼ਹਿਰ ਦੇ ਵਿੱਚ ਫਾਇਰ ਬ੍ਰਿਗੇਡ ਨੇ ਆ ਕੇ ਉਹ ਅੱਗ ਬੁਝਾਈ ਹੈ। ਇੱਕ ਤੇ ਜਿਹੜਾ ਵੀਡੀਓ ਬਾਅਦ ਵਿੱਚ ਸਮਰਥਕਾਂ ਵੱਲੋਂ ਬਣਾਈਆਂ ਗਈਆਂ ਸੋਫਿਆਂ ਨੂੰ ਪਾੜਦੇ ਹੋਏ, ਭੰਨਦੇ ਹੋਏ ਵਿਖਾਏ ਜਾ ਸਕਦੇ ਨੇ, ਉਸ ਦੇ ਹੱਕ ਤੇ ਵਿਰੋਧ ਦੇ ਵਿੱਚ ਵੀ ਗੱਲਾਂ ਆ ਜਾਂਦੀਆਂ ਨੇ। ਹੁਣ ਗੱਲ ਇਹ ਹੈ ਕਿ ਕੀ ਇਹਨਾਂ ਨੂੰ ਤੋੜਨਾ ਭੰਨਣਾ ਚਾਹੀਦਾ ਜਾਂ ਇਹਨਾਂ ਨੂੰ ਕਿਸੇ ਨੂੰ ਦੇ ਦੇਣਾ ਚਾਹੀਦਾ। ਜੇ ਅਸੀਂ ਇਸ ਸੋਚ ਦੇ ਵਿੱਚ ਪੈ ਜਾਈਏ ਤੇ ਮੈਂ ਬਹੁਤ ਵਾਰੀ ਦੇਖਿਆ ਕਿ ਸਾਡੇ ਵਹਿਮ ਭਰਮ ਜੋ ਸਾਡੇ ਸਮਾਜ ਦੇ ਵਿੱਚ ਪੈ ਗਿਆ, ਉਸ ਹਿਸਾਬ ਨਾਲ ਅਸੀਂ ਕਈ ਵਾਰੀ ਆਖਦੇ ਨੇ ਕਿ ਖੂਹ ਜਿਹੜੇ ਪੁਰਾਣੇ ਹੁੰਦੇ ਸੀ ਪਾਣੀ ਵਾਲੇ, ਉਸ ਦੀ ਇੱਟ ਜੀ ਜੇ ਕਿਸੇ ਨੂੰ ਖੂਹ ਨੂੰ ਉਧੇੜਨਾ ਹੈ ਤੇ ਉਸ ਨੂੰ ਖਤਮ ਕਰ ਦੇਣਾ, ਪੂਰ ਦੇਣਾ, ਕਿਉਂਕਿ ਉਹਨਾਂ ਦੀ ਅੱਜ ਕੱਲ੍ਹ ਲੋੜ ਨਹੀਂ ਹੈ ਤੇ ਉਹ ਖੂਹ ਦੀ ਇੱਟ ਜਿਹੜੀ ਹੈ ਕਿਸੇ ਨੇ ਘਰ ਨੂੰ ਨਹੀਂ ਲੈ ਕੇ ਜਾਣੀ, ਇੱਥੋਂ ਤੱਕ ਕਿ ਉਸ ਦਾ ਫਰਸ਼ ਵੀ ਨਹੀਂ ਲਾਉਣਾ। ਉਹ ਇਹੋ ਜਿਹੀਆਂ ਗੱਲਾਂ ਦੇ ਵਹਿਮ ਵੀ ਕੀਤੇ ਜਾਂਦੇ ਰਹੇ ਨੇ। ਉਸ ਦੇ ਕੋਈ ਹੋਰ ਕਾਰਨ ਤਰਕ ਜਿਹੜੇ ਨੇ ਹੋ ਸਕਦੇ ਨੇ, ਪਰ ਜੇ ਅਸੀਂ ਵਹਿਮ ਦੇ ਆਧਾਰ ਤੇ ਕੋਈ ਗੱਲ ਕਰੀਏ ਤੇ ਮੈਂ ਉਹ ਆਪਣੇ ਤੌਰ ਤੇ ਉਸ ਨੂੰ ਨਹੀਂ ਮੰਨਦਾ ਵਿਅਕਤੀਗਤ ਤੌਰ ਤੇ। ਹੁਣ ਇਹ ਹੈ ਕਿ ਇਹ ਕਿਸੇ ਨੂੰ ਦੇ ਦੇਣੇ ਚਾਹੀਦੇ ਨੇ ਬੈਂਚ ਜਾਂ ਸੋਫੇ ਜਾਂ ਕੁਰਸੀਆਂ। ਜੇ ਫਿਰ ਇੱਥੇ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਹੈ ਕਿ ਖੂਹ ਦੀਆਂ ਇੱਟਾਂ, ਤੇ ਉਹ ਫਿਰ ਇਸ ਹਿਸਾਬ ਨਾਲ ਜੇ ਅਸੀਂ ਦੇ ਵੀ ਦਈਏ ਆਪਸ਼ਨਾਂ ਤੇ ਸ਼ਾਇਦ ਲਿਜਾਣ ਨੂੰ ਥੋੜੇ ਬੰਦੇ ਤਿਆਰ ਹੋਣ। ਪਰ ਗੱਲ ਇਹ ਹੈ ਜੇ ਮੈਂ ਵਿਅਕਤੀਗਤ ਤੌਰ ਤੇ ਮੰਨਦਾ ਵੀ ਚੀਜ਼ਾਂ ਦਾ ਕੋਈ ਕਸੂਰ ਨਹੀਂ ਹੈ। ਇਹ ਜਿਹੜੀਆਂ ਭੌਤਿਕ ਚੀਜ਼ਾਂ ਨੇ ਇਹ ਪਾਪੀ ਨਹੀਂ, ਇਹ ਨਹੀਂ ਹੋ ਸਕਦੀ, ਪਾਪੀ ਦੇ ਇਨਸਾਨ ਹੀ ਹੈ, ਇਹ ਜੋ ਕਰ ਲਵੇ। ਪਰ ਅੰਮ੍ਰਿਤਪਾਲ ਸਿੰਘ ਕਹਿੰਦੇ ਨੇ ਕਿ ਇਹ ਗਲਤ ਮਨਸ਼ਾ ਨਾਲ ਬਣਾਈਆਂ ਗਈਆਂ ਤੇ ਗਲਤ ਤਰੀਕੇ ਨਾਲ ਬਣਾਈਆਂ ਗਈਆਂ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਹੈ, ਇਹਨਾਂ ਨੂੰ ਸੁਆਹ ਕਰ ਦਿਓ, ਇਹਨਾਂ ਨੂੰ ਪਿਘਲਾ ਦਿਓ। ਮੈਂ ਵਿਅਕਤੀਗਤ ਤੌਰ ਤੇ ਉਸ ਨਾਲ ਸਹਿਮਤ ਨਹੀਂ ਹਾਂ। ਪਰ ਹੁਣ ਗੱਲ ਹੈ ਕਿ ਇਸ ਜਿਵੇਂ ਹੁਣ ਮੈਂ ਤੁਹਾਡੇ ਨਾਲ ਇਸ 5-7 ਮਿੰਟ ਦੇ ਵਿੱਚ ਗੱਲ ਸਾਂਝੀ ਕੀਤੀ ਹੈ, ਇਸ ਰੌਲੇ ਘਚੋਲੇ ਦਾ ਫਿਰ ਹੱਲ ਕੀ ਹੈ? ਹੱਲ ਸਬਲੀਨ ਉਹ ਹੀ ਹੈ ਜਿਹੜਾ ਅਸੀਂ ਕੁਝ ਦਿਨ ਪਹਿਲਾਂ ਦਰਸ਼ਕਾਂ ਦੇ ਸਾਹਮਣੇ ਜਿਹੜਾ ਸੀ ਉਹ ਸਾਂਝਾ ਕੀਤਾ ਸੀ। ਉਹ ਇਹ ਹੈ ਕਿ ਬਲਜੀਤ ਸਿੰਘ ਦਾਦੂਵਾਲ ਬਿਆਨ ਦੇਣ, ਸਿਮਰਨਜੀਤ ਸਿੰਘ ਮਾਨ ਦੇਣ, ਰਣਜੀਤ ਸਿੰਘ ਢਿੱਡਰੀਆਂ ਵਾਲੇ ਦੇਣ, ਜਾਂ ਕੋਈ ਹੋਰ ਸਾਡੇ ਵਰਗਾ ਉੱਠ ਕੇ ਇਸ ਤੇ ਬਿਆਨ ਦੇਵੇ ਤੇ ਆਪਣੇ ਵਿਚਾਰ ਦੇਵੇ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ, ਕੋਈ ਕਿਤੇੋਂ ਬੈਠ ਕੇ ਇਸ ਤੇ ਵਿਚਾਰ ਦੇ ਦੇਵੇ। ਬਿਹਤਰ ਇਹੀ ਹੈ
ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਸਿਆਣੇ ਸਿਰ ਜੁੜ ਕੇ ਬੈਠਣ, ਇਸ ਬਾਰੇ ਸਾਫ਼ ਤੇ ਸਪਸ਼ਟ ਜਿਹੜਾ ਹੈ ਇੱਕ ਫਰੈਸ਼ ਤਾਜ਼ਾ ਹੁਕਮਨਾਮਾ ਜਾਰੀ ਕੀਤਾ ਜਾਵੇ। ਪੁਰਾਣੇ ਹੁਕਮਨਾਮੇ ਵੀ ਜਾਰੀ ਹੋਏ ਨੇ ਪਰ ਸਾਡੇ ਚੇਤੇ ਵਿਸਰ ਜਾਂਦੇ ਨੇ, ਪਰ ਅਸੀਂ ਉਹਨਾਂ ਨੂੰ ਛੱਡ ਕੇ ਜੇ ਤਾਜ਼ਾ ਇੱਕ ਹੁਕਮਨਾਮਾ ਜਾਰੀ ਕਰੀਏ ਤੇ ਉਹ ਜਿਹੜਾ ਹੈ ਉਹ ਬਹੁਤ ਬਿਹਤਰ ਹੋਵੇਗਾ। ਉਸ ਦੇ ਨਾਲ ਕੀ ਹੋਵੇਗਾ, ਇੱਕ ਤੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜੇ ਗੱਲ ਛੇੜੀ ਹੈ ਤੇ ਬੇਸ਼ੱਕ ਉਹਨਾਂ ਨੂੰ ਵੀ ਬੁਲਾ ਲਿਆ ਜਾਵੇ, ਉਹਨਾਂ ਦੀ ਵੀ ਸਲਾਹ ਲੈ ਲਈ ਜਾਵੇ, ਤਰਕ ਨਾਲ ਜਿਹੜੀ ਗੱਲ ਕੀਤੀ ਜਾਣੀ ਆ ਉੱਥੇ ਬੈਠ ਕੇ ਤੇ ਸੰਗਤ ਦੇ ਮੂਹਰੇ ਫਿਰ ਇੱਕ ਸੋਲਿਡ ਫੈਸਲਾ ਰੱਖਿਆ ਜਾਣਾ ਹੈ। ਕੁਝ ਗੱਲਾਂ ਦੀ ਤਕਨੀਕੀ ਤੌਰ ਤੇ ਵੀ ਉਹਨਾਂ ਨੂੰ ਸਾਨੂੰ ਸੋਚਣਾ ਪਏਗਾ ਕਿ ਜੇ ਬਾਹਰ ਅਸੀਂ ਬੈਂਚ ਲਾਉਣੇ ਨੇ, ਕੁਰਸੀਆਂ ਲਾਉਣੀਆਂ ਨੇ ਤੇ ਉਹ ਕਿਸ ਹਿਸਾਬ ਨਾਲ ਕਿੱਥੇ ਹੋਣਗੀਆਂ। ਜੇ ਸਕਰੀਨ ਤੇ ਹੀ ਉੱਥੇ ਬੈਠ ਕੇ ਫੇਰ ਵੀ ਗੱਲਾਂ ਉੱਠਣਗੀਆਂ ਕਿ ਜੇ ਸਕਰੀਨ ਤੇ ਬੈਠ ਕੇ ਉੱਥੇ ਸ਼ਬਦ ਕੀਰਤਨ ਸਰਵਣ ਕਰਨਾ ਤੇ ਫਿਰ ਤੇ ਘਰ ਬੈਠੇ ਤੁਸੀਂ ਜਿੱਥੇ ਮਰਜ਼ੀ ਕਰ ਲਓ, ਫੋਨ ਤੇ ਕਰ ਲਓ, ਤੇ ਫਿਰ ਤੁਸੀਂ ਹਾਜ਼ਰੀ ਤੇ ਭਰਨ ਤੁਸੀਂ ਗੁਰੂ ਸਾਹਿਬ ਦੀ ਆਏ ਹੋ। ਫਿਰ ਇਹੋ ਜਿਹੇ ਜਿਹੜੇ ਵਿਅਕਤੀ ਨੇ ਉਹਨਾਂ ਵਾਸਤੇ ਕੀ ਪ੍ਰਬੰਧ ਹੋਣਾ ਚਾਹੀਦਾ, ਉਹਨਾਂ ਦੀ ਜਿਹੜੀ ਸ਼ਰਧਾ ਭਾਵਨਾ ਹੈ ਉਸ ਨੂੰ ਠੇਸ ਨਾ ਪਹੁੰਚੇ, ਉਹਨਾਂ ਵਾਸਤੇ ਸਾਡੇ ਕੋਲ ਕੀ ਸਿਸਟਮ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਹਿੱਤ ਰੱਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ, ਹੋਰ ਅਹੁਦੇਦਾਰ, ਸਿੱਖ ਬੁੱਧੀਜੀਵੀ ਤੇ ਆਮ ਸੰਗਤ ਦੇ ਕੁਝ ਵਿਚਾਰ ਲੈ ਕੇ ਜਲਦੀ ਇਸ ਤੇ ਕੁਝ ਨਾ ਕੁਝ ਕੀਤਾ ਜਾਵੇ। ਨਹੀਂ ਤੇ ਭੰਨ ਤੋੜ ਅੱਗ ਲਾਉਣੀ ਜਿਹੜੀ ਹੈ, ਇਸ ਨਾਲ ਕੋਈ ਅਣਸਕਾਮੀ ਘਟਨਾ ਵੀ ਵਾਪਰ ਸਕਦੀ ਹੈ। ਮਾਡਲ ਟਾਊਨ ਦੇ ਵਿੱਚ ਇਸ ਘਟਨਾ ਤੋਂ ਬਾਅਦ, ਜਲੰਧਰ ਦੀ ਇਸ ਘਟਨਾ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਪੁਲਿਸ ਸਟੇਸ਼ਨ ਦੇ ਵਿੱਚ ਵੀ ਕੇਸ ਦਰਜ ਹੋਇਆ। ਉਹ ਕਿਸ ਤੇ ਹੋਇਆ, ਕਿਵੇਂ ਹੋਇਆ, ਉਹ ਕੌਣ ਉਸ ਦੇ ਵਿੱਚ ਨਾਮਜ਼ਦ ਹੋਵੇਗਾ, ਇਸ ਬਾਰੇ ਕੁਝ ਪਤਾ ਨਹੀਂ ਹੈ। ਪ੍ਰਸ਼ਾਸਨ ਨੂੰ ਵੀ ਇਸ ਮਾਮਲੇ ਦੇ ਵਿੱਚ ਸਤਰਕ ਰਹਿਣਾ ਪਏਗਾ ਕਿ ਕਿਤੇ ਕੋਈ ਅਣਸਕਾਮੀ ਘਟਨਾ ਨਾ ਵਾਪਰੇ। ਸਿੱਖ ਮਾਮਲਿਆਂ 'ਚ ਦਖਲਅੰਦਾਜ਼ੀ ਭਾਵੇਂ ਉਹ ਸਿੱਧੇ ਤੌਰ ਤੇ ਸਰਕਾਰ ਨਹੀਂ ਕਰ ਸਕਦੀ, ਪਰ ਉਹਨਾਂ ਨੂੰ ਚੌਕਸ ਜਿਹੜਾ ਉਹ ਰਹਿਣਾ ਪਏਗਾ। ਇਸ ਤਰ੍ਹਾਂ ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ ਨੇ, ਉਹਨਾਂ ਨੂੰ ਜੇ ਇਸ ਤਰ੍ਹਾਂ ਕਿਤੇ ਜ਼ਿਆਦਾ ਬੈਂਚ ਕੁਰਸੀਆਂ ਰੱਖੇ ਹੋਏ ਨੇ, ਉਹਨਾਂ ਨੂੰ ਜਿਹੜਾ ਆਪਣੇ ਹਿਸਾਬ ਨਾਲ ਥੋੜਾ ਜਿਹਾ ਐਡਜਸਟ ਕਰਨ ਤੇ ਫਿਰ ਜਿਹੜੀ ਹੈ ਕੋਈ ਆਪਸੀ ਮਿਲ ਬੈਠ ਕੇ ਜਿਹੜੀ ਗੱਲ ਕੀਤੀ ਜਾਣੀ ਹੈ ਉਹਦੇ ਵੱਲ ਧਿਆਨ ਦਿੱਤਾ ਜਾਵੇ। ਇੱਕ ਹੋਰ ਗੱਲ ਹੈ, ਅੰਮ੍ਰਿਤਪਾਲ ਸਿੰਘ ਹੋਣਾ ਦਾ ਇਹ ਕਹਿਣਾ ਹੈ ਕਿ ਚਰਚ ਜਿਹੜੇ ਗਿਰਜਾ ਘਰਾਂ ਦੀ ਤਰਜ਼ ਤੇ ਜਿਵੇਂ ਉੱਥੇ ਕੁਰਸੀਆਂ ਤੇ ਬੈਂਚ ਲੱਗੇ ਹੁੰਦੇ ਨੇ, ਉਸੇ ਤਰ੍ਹਾਂ ਪਹਿਲਾਂ ਇੱਕ ਕੁਰਸੀਆਂ 2 3 4 5 ਹੁਣ ਕਹਿੰਦੇ ਇੱਥੇ 10 10 20 20 30 30 ਕੁਰਸੀਆਂ ਪਈਆਂ ਨੇ, ਕੀ ਇੰਨੀਆਂ ਦੀ ਲੋੜ ਹੈ? ਇਹ ਸਾਰਾ ਕੁਝ ਜਿਹੜਾ ਹੈ ਧਿਆਨ ਗੋਚਰੇ ਲਿਆ ਕੇ ਇਸ ਤੇ ਵਿਚਾਰ ਕਰਕੇ ਫੇਰ ਹੀ ਗੱਲ ਅੱਗੇ ਤੋਰੀ ਜਾਵੇ। ਜੇ ਅਸੀਂ ਇਸ ਤਰ੍ਹਾਂ ਇਸ ਨੂੰ ਰਹਿਣ ਦਿੱਤਾ ਕਿ ਜੋ ਹੁੰਦਾ ਹੋਈ ਜਾਵੇ, ਇਸ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਅਜੇ ਤੱਕ ਕੋਈ ਬਿਆਨ ਨਹੀਂ ਹੈ, ਜੋ ਕਿ ਬਹੁਤੀ ਚੰਗੀ ਗੱਲ ਨਹੀਂ ਹੈ। ਇੱਕ ਤੇ ਉਹ ਆਪਣੀ ਗੱਲ ਦੇ ਵਿੱਚ ਉਲਝੇ ਪਏ ਨੇ, ਔਰ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਮੰਦਭਾਗੀ ਗੱਲ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਆਪਸ ਵਿੱਚ ਜਿਹੜੀ ਗੱਲਬਾਤ ਇੱਕ ਹੋਈ ਹੈ, ਉਸ ਮਾਮਲੇ ਦੇ ਵਿੱਚ ਉਹ ਕੋਈ ਚੰਗਾ ਕੰਮ ਨਹੀਂ ਪੈਦਾ ਹੋ ਰਿਹਾ। ਉਹ ਉਸ ਨਾਲ ਜ਼ਾਤੀ ਤੌਰ ਤੇ ਮੈਂ ਕਹਾਂ ਇੱਕ ਸਿੱਖ ਹੋਣ ਦੇ ਨਾਤੇ ਦਿਲ ਨੂੰ ਠੇਸ ਪਹੁੰਚੀ ਹੈ ਕਿ ਸਾਡੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਬਕਾ ਜਾਂ ਮੌਜੂਦਾ ਇੱਕ ਦੂਸਰੇ ਦੇ ਖਿਲਾਫ ਇਸ ਤਰ੍ਹਾਂ ਦੀ ਭੱਦੀ ਬਿਆਨਬਾਜ਼ੀ ਕਰਨ। ਖਾਸ ਤੌਰ ਤੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਸਾਹਿਬ ਵੱਲੋਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪੁਤਲਾ ਸਾੜਨ ਦੀਆਂ ਜਿਹੜੀਆਂ ਗੱਲਾਂ ਹੋਈਆਂ ਨੇ ਤੇ ਹੋਰ ਇਸ ਤਰ੍ਹਾਂ ਦੀਆਂ ਭੱਦੀਆਂ ਜਿਹੀਆਂ ਹਰਕਤਾਂ ਹੋਈਆਂ ਨੇ, ਮੈਂ ਵਿਅਕਤੀਗਤ ਤੌਰ ਤੇ ਉਸ ਤੋਂ ਬਹੁਤ ਦੁਖੀ ਹਾਂ। ਸਵਲੀਨ, ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਜਾਂ ਸਿੱਖ ਸੰਸਥਾਵਾਂ ਦੇ ਹੋਰਨਾਂ ਮੁਖੀਆਂ ਆਗੂਆਂ ਦੇ ਨਾਲ ਸਾਡੇ, ਮੈਂ ਆਪਣੇ ਗੱਲ ਕਰਾਂ, ਵਿਚਾਰਕ ਮਤਭੇਦ 100 ਹੋ ਸਕਦੇ ਨੇ, ਹੁੰਦੇ ਰਹਿਣਗੇ, ਹੋਣੇ ਵੀ ਚਾਹੀਦੇ ਨੇ, ਮੈਂ ਇਹਨੂੰ ਇਸ ਤਰ੍ਹਾਂ ਵੇਖਣਾ। ਪਰ ਇਸ ਤਰ੍ਹਾਂ ਜੋ ਇੱਕ ਦੂਸਰੇ ਦੇ ਖਿਲਾਫ ਭੰਡੀ ਪ੍ਰਚਾਰ ਪਬਲਿਕ ਮੀਡੀਆ ਦੇ ਵਿੱਚ ਆ ਕੇ ਜਿਸ ਤਰ੍ਹਾਂ ਦੇ ਲਫ਼ਜ਼ ਜਿਸ ਤਰ੍ਹਾਂ ਦੇ ਵਰਤੇ ਗਏ ਨੇ ਤੇ ਪਰਿਵਾਰਕ ਤੌਰ ਤੇ ਚਿੱਕੜ ਉਛਾਲਿਆ ਗਿਆ, ਮੈਂ ਉਸ ਨੂੰ ਡਿਸਕਸ ਕਰਨ ਤੋਂ ਵੀ ਗੁਰੇਜ਼ ਕਰ ਰਿਹਾ। ਸੋ ਮਾੜੀ ਗੱਲ ਹੈ ਕਿ ਅਸੀਂ ਬਹੁਤ ਵੱਡੇ ਵੱਡੇ ਮੁੱਦਿਆਂ ਨੂੰ ਜਿਹੜਾ ਹੈ ਅਸੀਂ ਕਈ ਵਾਰੀ ਵਿਚਾਰਦੇ ਵੀ ਨਹੀਂ, ਜਿਵੇਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ, ਤੇ ਕਈਆਂ ਖਾਮ-ਖਾਹ ਦੇ ਮੁੱਦਿਆਂ ਨੂੰ ਅਸੀਂ ਚਿੱਕੜ ਉਛਾਲਣ ਲੱਗੇ ਅਸੀਂ ਵੇਖਦੇ ਵੀ ਨਹੀਂ। ਸੋ ਇਸ ਵੇਲੇ ਜਿਹੜੀ ਲੋੜ ਹੈ, ਅੰਮ੍ਰਿਤਪਾਲ ਸਿੰਘ, ਸਾਡੀਆਂ ਸਿੱਖ ਸੰਸਥਾਵਾਂ, ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਨਾਮ ਦੇਖੋ ਨਾ, ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਹੈ, ਉਹਨਾਂ ਵੱਲੋਂ ਕੋਈ ਦਿਸ਼ਾ ਨਿਰਦੇਸ਼ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਇਹ ਜਾਰੀ ਹੋਣ, ਫਿਰ ਕੋਈ ਜਿਹੜਾ ਹੈ ਕੋਈ ਇਸ ਦੇ ਵਿੱਚੋਂ ਕੋਈ ਸੋਲਿਡ ਗੱਲ ਨਿਕਲ ਕੇ ਆਵੇ, ਉਹ ਜ਼ਿਆਦਾ ਬਿਹਤਰ ਹੋਵੇਗੀ। ਸਾਡੇ ਨੌਜਵਾਨ ਜਿਹੜੇ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਹੋਏ ਨੇ, ਉਹ ਭਾਵਨਾਵਾਂ ਦੇ ਵਿੱਚ ਬਹਿਣ ਕੇ ਕਿ ਜਵਾਨ ਖੂਨ ਹੈ, ਕੋਈ ਇਹੋ ਜਿਹਾ ਕੰਮ ਹੋ ਜਾਵੇ, ਕਿਸੇ ਦਾ ਹੋਰ ਨੁਕਸਾਨ ਹੋਵੇ, ਉਹ ਚੰਗੀ ਗੱਲ ਨਹੀਂ ਹੈ, ਉਸ ਤੋਂ ਬਚਣਾ ਚਾਹੀਦਾ।